ਐਂਡ ਗਵਰਨਰ ਐਡਰੈਸ ਪੜ੍ਹ ਰਹੇ ਸੀ, ਉਹਦੇ ਉੱਤੇ ਕਲੈਰੀਫਿਕੇਸ਼ਨ ਮੰਗੀ ਸੀ। ਐਂਡ ਉਹਦੇ ਵਿੱਚ ਇੱਕ ਜਦੋਂ ਉਹ ਟੀਚਰਸ ਵਾਲਾ ਉਹ ਪੜ੍ਹ ਰਹੇ ਸੀਗੇ ਤੇ ਉਹਦੇ ਵਿੱਚ ਗਵਰਨਰ ਸਾਹਿਬ ਨੇ ਸਵਾਲ ਵੀ ਭੇਜਿਆ ਸੀਗਾ ਵੀ ਜਿਹੜਾ ਕ੍ਰਾਈਟੇਰੀਆ ਕੋਈ ਉਹਦੇ ਵਿੱਚ ਲੰਬੀ ਚੌੜੀ ਗੱਲ ਹੀ ਨਹੀਂ। ਐਂਡ ਇਸ ਗੱਲ ਦਾ ਮੈਂ ਅੱਜ ਮੈਂ ਜਿਹੜੀ ਰਿਪੋਰਟਾਂ ਅਖਬਾਰ ਦੇ ਵਿੱਚ ਪੜ੍ਹੀ ਹੈ ਵੀ ਉਹ ਤਾਂ ਪੈਰਾਮਿਲਟਰੀ ਫੋਰਸਿਸ ਦਾ ਵੀ ਡਿਮਾਂਡ ਕਰਕੇ ਆਏ ਤੇ ਉਹਨਾਂ ਨੇ ਖੜੇ ਹੋ ਕੇ ਮੈਨੂੰ ਵਿਸ਼ਵਾਸਨ ਦਿੱਤਾ ਸੀ ਵੀ 4 ਮਹੀਨੇ ਦੇ ਵਿੱਚ ਸੰਦੀਪ ਤੇਰਾ ਅਬੋਹਰ ਦਾ ਜਿਹੜਾ ਤੁਹਾਡਾ ਬੱਸ ਅੱਡਾ ਉਹ ਕੰਪਲੀਟ ਕਰ ਦਿਆਂਗੇ। ਮਾਤਰ 2 ਕਰੋੜ 92 ਲੱਖ ਦਾ ਮਸਲਾ ਹੈ, ਲੇਕਿਨ ਇਹਦੀ ਕੋਈ ਇੱਕ ਪਾਲਿਸੀ ਲੈ ਕੇ ਆਉਣੀ ਚਾਹੀਦੀ। ਸਰਕਾਰ ਨੇ ਤਾਂ ਆ ਵੀ ਕਿਹਾ ਸੀਗਾ ਇਲੈਕਸ਼ਨਾਂ ਤੋਂ ਪਹਿਲੇ ਵੀ ਧਰਨੇ ਦੀ ਕੋਈ ਜ਼ਰੂਰਤ ਹੀ ਲੋੜ ਹੀ ਨਹੀਂ ਪਊਗੀ। ਪਹਿਲਾ ਦਿਨ ਸੀ ਜਿਹੜਾ ਕਿ ਬਜਟ ਸੈਸ਼ਨ ਦਾ, ਜਿਹੜਾ ਕਿ ਹੰਗਾਮੇਦਾਰ ਰਿਹਾ। ਗਵਰਨਰ ਸਾਹਿਬ ਵੱਲੋਂ ਜਿਹੜਾ ਸਪੀਚ ਨਹੀਂ ਕਰ ਦਿੱਤੀ ਅਤੇ ਜਿਹੇ ਵਿੱਚ ਸਾਡੇ ਨਾਲ ਸੰਦੀਪ ਜਾਖੜ ਜੀ ਮੌਜੂਦ ਨੇ, ਹੁਣੇ ਵਿਧਾਨ ਸਭਾ ਦੇ ਵਿੱਚ ਹੋਏ ਨੇ। ਜਾਖੜ ਸਾਹਿਬ, ਪਹਿਲਾ ਦਿਨ ਸੀ, ਬੜਾ ਹੰਗਾਮੇਦਾਰ ਰਿਹਾ। ਗਵਰਨਰ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਗਿਆ, ਸਪੀਚ ਦੇ ਵਿੱਚ ਦੌਰਾਨ ਟੋਕਣ ਲੱਗ ਗਈ। ਨਹੀਂ, ਗਵਰਨਰ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਗਿਆ, ਆਹ ਕੋਈ ਇਸ਼ੂ ਨਹੀਂ ਸੀ। ਬਿਲਕੁਲ ਕਲੈਰੀਫਿਕੇਸ਼ਨ ਮੰਗੀ ਸੀ ਵੀ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਵੀ ਅਸੀਂ ਗਵਰਨਰ ਨੂੰ ਮੰਨਦੇ ਹੀ ਨਹੀਂ ਆ। ਐਂਡ ਗਵਰਨਰ ਐਡਰੈਸ ਪੜ੍ਹ ਰਹੇ ਸੀ, ਉਹਦੇ ਉੱਤੇ ਕਲੈਰੀਫਿਕੇਸ਼ਨ ਮੰਗੀ ਸੀ। ਐਂਡ ਉਹਦੇ ਵਿੱਚ ਇੱਕ ਜਦੋਂ ਉਹ ਟੀਚਰਸ ਵਾਲਾ ਉਹ ਪੜ੍ਹ ਰਹੇ ਸੀਗੇ ਤੇ ਉਹਦੇ ਵਿੱਚ ਗਵਰਨਰ ਸਾਹਿਬ ਨੇ ਸਵਾਲ ਵੀ ਭੇਜਿਆ ਸੀਗਾ ਵੀ ਜਿਹੜਾ ਕ੍ਰਾਈਟੇਰੀਆ ਕੋਈ ਉਹਦੇ ਵਿੱਚ ਲੰਬੀ ਚੌੜੀ ਗੱਲ ਹੀ ਨਹੀਂ। ਤੁਸੀਂ ਕ੍ਰਾਈਟੇਰੀਆ ਕਿਉਂ ਨਹੀਂ ਦੱਸਦੇ? ਮਤਲਬ ਇਟ ਸ਼ੁੱਡ ਬੀ ਅ ਟਰਾਂਸਪੇਰੈਂਟ ਸਿਲੈਕਸ਼ਨ। ਤੁਸੀਂ ਦੱਸ ਦਿਓ ਕ੍ਰਾਈਟੇਰੀਆ ਕੀ ਹੈ। ਲਾਅ ਐਂਡ ਆਰਡਰ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਨੂੰ ਘੇਰੋਗੇ ਉੱਥੇ ਬਜਟ ਸੈਸ਼ਨ ਦੌਰਾਨ ਜਦੋਂ ਹੰਗਾਮਾ ਹੁੰਦਾ? ਲਾਅ ਐਂਡ ਆਰਡਰ ਡੈਫੀਨੇਟਲੀ ਉਹਦਾ ਮਤਲਬ ਜਦੋਂ ਪਹਿਲੀ ਗੱਲ ਤਾਂ ਆਪਣੇ ਸੂਬੇ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਉਹ ਸਾਰਿਆਂ ਦੇ ਸਾਹਮਣੇ ਹੈ ਕੀ ਕੁਝ ਹੋ ਰਿਹਾ। ਐਂਡ ਕੱਲ ਮੇਰੇ ਖਿਆਲ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਵੀ ਆਇਆ ਸੀਐਮ। ਐਂਡ ਇਸ ਗੱਲ ਦਾ ਮੈਂ ਅੱਜ ਮੈਂ ਜਿਹੜੀ ਰਿਪੋਰਟਾਂ ਅਖਬਾਰ ਦੇ ਵਿੱਚ ਪੜ੍ਹੀ ਹੈ ਵੀ ਉਹ ਤਾਂ ਪੈਰਾਮਿਲਟਰੀ ਫੋਰਸਿਸ ਦਾ ਵੀ ਡਿਮਾਂਡ ਕਰਕੇ ਆਏ। ਤੇ ਜੇ ਸੀਐਮ ਆਪ ਜਿਹੜੇ ਹੋਮ ਮਿਨਿਸਟਰ ਵੀ ਹੈ ਡਿਮਾਂਡ ਕਰ ਰਹੇ ਹੈ, ਇਹਦਾ ਮਤਲਬ ਲਾਅ ਐਂਡ ਆਰਡਰ ਕਾਨੂੰਨੀ ਵਿਵਸਥਾ ਜਿਹੜੀ ਹੈ ਉਹ ਚਿੰਤਾਜਨਕ ਤਾਂ ਹੈ ਹੀ। ਹਲਕੇ ਨੂੰ ਲੈ ਕੇ ਕੁਝ ਮੰਗੋਗੇ ਬਜਟ ਦੇ ਵਿੱਚ ਆਪਣੇ ਹਲਕੇ ਲਈ? ਨਹੀਂ, ਹਲਕੇ ਦੀ ਤਾਂ ਬਹੁਤ ਕੁਝ ਡਿਮਾਂਡਸ ਵੀ ਹੈਗੇ ਹੈ, ਬਹੁਤ ਕੁਝ ਸਾਡੇ ਪੈਂਡਿੰਗ ਕੰਮ ਵੀ ਹੈਗੇ ਹੈ। ਐਂਡ ਮੈਂ ਵੈਸੇ ਮੈਂ ਛੋਟਾ ਜਿਹਾ ਉਦਾਹਰਣ ਦੇਣਾ ਚਾਹੂੰਗਾ। 29 ਜੂਨ ਨੂੰ ਹਾਊਸ ਦੇ ਵਿੱਚ ਸੀਐਮ ਸਾਹਿਬ ਨੇ ਖੜੇ ਹੋ ਕੇ, ਮੇਰਾ ਇੱਕ ਪ੍ਰਸ਼ਨ ਲੱਗਿਆ ਸੀ ਤੇ ਅਬੋਹਰ ਦੇ ਬੱਸ ਅੱਡੇ ਦਾ ਸਵਾਲ ਸੀਗਾ, ਤੇ ਉਹਨਾਂ ਨੇ ਖੜੇ ਹੋ ਕੇ ਮੈਨੂੰ ਵਿਸ਼ਵਾਸਨ ਦਿੱਤਾ ਸੀ ਵੀ 4 ਮਹੀਨੇ ਦੇ ਵਿੱਚ ਸੰਦੀਪ ਤੇਰਾ ਅਬੋਹਰ ਦਾ ਜਿਹੜਾ ਤੁਹਾਡਾ ਬੱਸ ਅੱਡਾ ਉਹ ਕੰਪਲੀਟ ਕਰ ਦਿਆਂਗੇ। ਮਾਤਰ 2 ਕਰੋੜ 92 ਲੱਖ ਦਾ ਮਸਲਾ ਹੈ। ਐਂਡ ਦੇਖੋ ਹੁਣ ਪਤਾ ਨਹੀਂ ਕਿੱਥੇ ਕਮਜ਼ੋਰੀ ਹੈ। ਹੁਣ ਮਾਰਚ ਆ ਗਿਆ, 4 ਮਹੀਨੇ ਦਾ ਦਾਵਾ ਸੀਐਮ ਨੇ ਕੀਤਾ ਸੀ ਤੇ ਨੋਰਮਲੀ ਹਾਊਸ ਦੇ ਵਿੱਚ ਸੀਐਮ ਜੇ ਕੋਈ ਗੱਲ ਕਰਦੇ ਤੇ ਸਾਰਾ ਪ੍ਰਸ਼ਾਸਨ ਉਸ ਗੱਲ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੰਦਾ ਤੇ ਉਹਨੂੰ ਮਤਲਬ ਉਹ ਕਮਿਟਮੈਂਟ ਦਿੱਤੀ ਸੀ ਸੀਐਮ ਸਾਹਿਬ ਨੇ ਔਨ ਰਿਕਾਰਡ, ਤੇ ਉਹਦੇ ਵਿੱਚ ਕੋਈ ਕਾਰਵਾਈ ਕੰਮ ਸ਼ੁਰੂ ਹੀ ਨਹੀਂ ਹੋਇਆ। ਤਾਂ ਆਹ ਸਰਕਾਰ ਦੀ ਮੈਂ ਤਾਂ ਕਹੂੰਗਾ ਪ੍ਰਸ਼ਾਸਨਿਕ ਤੇ ਜਿਹੜਾ ਉਸ ਗੁੱਡ ਗਵਰਨੈਂਸ ਦਾ ਉਹ ਐਕਸਪੋਜ਼ ਕਰਦਾ। ਕਿਸਾਨ ਕਿਹੜੇ ਕਹਿ ਰਿਹਾ ਕਿ ਮੁੜ ਧਰਨਿਆਂ ਤੇ ਆਉਣ ਨੂੰ ਫਿਰਦੇ ਨੇ, ਕਹਿੰਦੇ ਕਿ ਪਿਛਲੇ ਸਾਲ ਜਿਹੜੀ ਫਸਲਾਂ ਦੀ ਮਾਰ ਹੋਈ ਅਬੋਹਰ ਵਾਲੇ ਇਲਾਕੇ, ਮੁਕਤਸਰ ਇਲਾਕੇ ਦੇ ਵਿੱਚ, ਉਹਦਾ ਜਿਹੜਾ ਕਿ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਉਹ ਕਹਿੰਦੇ ਮੁੜ ਤੋਂ ਅਸੀਂ ਧਰਨਾ ਲਾਵਾਂਗੇ, ਕੀ ਕਹਿਣਾ? ਨਹੀਂ, ਦੇਖੋ ਮੁਆਵਜ਼ਾ ਜਿਹੜਾ ਹੈਗਾ ਹੁਣ 2020 ਦਾ ਜਿਹੜਾ ਮੁਆਵਜ਼ਾ ਹੈ, ਹੁਣ ਕੁਝ ਮੁਆਵਜ਼ਾ ਦਿੱਤਾ ਸਰਕਾਰ ਨੇ, ਲੇਕਿਨ ਇਹਦੀ ਕੋਈ ਇੱਕ ਪਾਲਿਸੀ ਲੈ ਕੇ ਆਉਣੀ ਚਾਹੀਦੀ। ਸਰਕਾਰ ਨੇ ਤਾਂ ਆ ਵੀ ਕਿਹਾ ਸੀਗਾ ਇਲੈਕਸ਼ਨਾਂ ਤੋਂ ਪਹਿਲੇ ਵੀ ਧਰਨੇ ਦੀ ਕੋਈ ਜ਼ਰੂਰਤ ਹੀ ਲੋੜ ਹੀ ਨਹੀਂ ਪਊਗੀ। ਅਸੀਂ ਕਿਸੇ ਨੂੰ ਵੀ ਧਰਨੇ ਲਾਉਣ ਮਤਲਬ ਉਸ ਸਥਿਤੀ ਤੇ ਨਹੀਂ ਆਉਣ ਦੇਵਾਂਗੇ। ਲੇਕਿਨ ਧਰਨੇ ਤਾਂ ਅੱਜ ਵੀ ਉਸੇ ਤਰੀਕੇ ਨਾਲ ਲੱਗ ਰਹੇ। ਮਾਸਟਰ ਜਿਹੜੇ ਹੈ ਉਹਨਾਂ ਨੂੰ ਤੁਸੀਂ ਚਿੱਠੀਆਂ ਤਾਂ ਦੇਤੀ, ਲੇਕਿਨ ਤੁਸੀਂ ਉਹਨਾਂ ਨੂੰ ਮਤਲਬ ਉਹ ਪਲੇਸਮੈਂਟ ਵਾਸਤੇ ਕੋਈ ਥਾਂ ਹੈ ਉੱਥੇ ਭੇਜ ਨਹੀਂ ਰਹੇ। ਚਿੱਠੀਆਂ ਤੁਸੀਂ ਦੇਤੀ ਹੈ। ਇਹਨਾਂ ਨੇ ਅਨਾਊਂਸਮੈਂਟ ਤਾਂ ਵੀ ਕੀਤੀ ਸੀ ਘਰ ਘਰ ਰਾਸ਼ਨ ਪਹੁੰਚਾਵਾਂਗੇ। ਤੁਸੀਂ ਵੇਖ ਲਓ, ਸਾਡੇ ਅਬੋਹਰ ਵੇਖ ਲਓ, ਅੱਜ ਕਿਸੇ ਨੇ ਮੈਨੂੰ ਫੋਟੋ ਭੇਜੀ ਸੀ, ਲਾਈਨਾਂ ਲੱਗੀ ਵੀ 4 ਵਜੇ ਦੇ ਲੋਕ ਵੇਟ ਕਰ ਰਹੇ। ਤੇ ਮਤਲਬ ਬਹੁਤ ਕੁਝ ਸਰਕਾਰ ਨੇ ਕਿਹਾ ਸੀ। ਤਰ੍ਹਾਂ ਰੱਖੋਗੇ ਇਹ ਗੱਲਾਂ, ਸੈਸ਼ਨ ਤਰ੍ਹਾਂ ਰੱਖੋਗੇ? ਜੇ ਟਾਈਮ ਮਿਲਿਆ ਤਾਂ ਜ਼ਰੂਰ ਜਿਹੜੇ ਮੁੱਦੇ ਹੈ ਲੋਕਾਂ ਦੇ ਮੁੱਦੇ ਹੈ, ਲੋਕਾਂ ਨੇ ਇਸ ਕਰਕੇ ਸਾਨੂੰ ਭੇਜਿਆ ਇੱਥੇ, ਜ਼ਰੂਰ ਆਵਾਜ਼ ਉਠਾਵਾਂਗੇ। ਥੈਂਕ ਯੂ। ਤਾਂ ਇਹ ਸਨ ਸਾਡੇ ਨਾਲ ਸੰਦੀਪ ਜਾਖੜ ਜੀ, ਜਿਨ੍ਹਾਂ ਵੱਲੋਂ ਅੱਜ ਆਪਣੇ ਹਲਕੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉਹਨਾਂ ਵੱਲੋਂ ਬੱਸ ਅੱਡੇ ਵਾਲਾ ਵੀ ਆਪਣਾ ਮੁੱਦਾ ਜਿਹੜਾ ਕਿ ਰੱਖਿਆ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰ ਪਾਸੇ ਜਿਹੜਾ ਕਿ ਜਿੱਥੇ ਵੀ ਸਾਨੂੰ ਲੋੜ ਪਈ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ। ਕੈਮਰਾ ਪਰਸਨ ਦੇ ਨਾਲ ਮੈਂ ਦਿਲਜੀਤ ਸਿੰਘ, ਗਲੋਬਲ ਪੰਜਾਬ ਟੀਵੀ, ਚੰਡੀਗੜ੍ਹ।